ਆਪਾਂ ਸਾਰੇ ਜਾਣੇ ਇਹੋ ਜਿਹਾ ਸਮਾਂ ਦੇਖ ਰਹੇ ਹਾਂ ਕਿ ਦੇਖੋ ਤੁਹਾਡੇ ਮਨ 'ਚ ਵੀ ਆਉਂਦਾ, ਮੇਰੇ ਵੀ ਆਉਂਦਾ, ਮਾਈਆਂ ਵੀ, ਭਾਈ ਵੀ, ਸਭ ਕਹਿੰਦੇ ਨੇ ਦੁਨੀਆ ਦੇ ਹਾਲਾਤ ਦੇਖ ਕੇ ਆਪਾਂ ਇੱਕ ਗੱਲ ਕਹਿੰਦੇ ਆ, ਹਰੇਕ ਬੰਦੇ ਦੇ ਮੂੰਹ ਤੇ ਇਹ ਗੱਲ ਸੁਣਦੇ ਆ ਕਿ ਵੀ ਹੁਣ ਦੁਨੀਆ ਦਾ ਤਾਂ ਨਾ ਬੇੜਾ ਗਰਕਣ ਤੇ ਆ ਗਿਆ। ਕਹਿੰਦੇ ਆ ਨਾ ਰੋਜ਼ ਇਹ ਹੋ ਜਾਣਾ, ਤੁਹਾਡੀਆਂ ਕਈਆਂ ਗੱਲਾਂ ਸੱਚੀਆਂ ਹੋ ਜਾਣੀਆਂ। ਬਈ ਤੁਸੀਂ ਰੋਜ਼ ਕਹਿੰਦੇ ਹੋ, 10ਵੇਂ ਪਾਤਸ਼ਾਹ 10ਮ ਗ੍ਰੰਥ ਵਿੱਚ ਲਿਖਦੇ ਨੇ, ਬਹੁਤਨ ਕੀ ਭਾਖਿਆ ਫੁਰ ਜਾਏ। ਬਹੁਤ ਲੋਕ ਜਦੋਂ ਇੱਕ ਗੱਲ ਬੋਲਣ ਲੱਗ ਜਾਣ ਲਾ ਵੀ ਇਹ ਮਰੂਗਾ, ਆਪਾਂ ਪਿੰਡ ਵਾਲੇ ਸ਼ਹਿਰ ਵਾਲੇ ਕਿਸੇ ਬੰਦੇ ਨੂੰ ਦੇਖ ਕੇ ਕਹਿੰਦੇ ਜਿਹੜੀਆਂ ਦੀਆਂ ਆਦਤਾਂ ਨੇ ਨਾ ਚੰਗੀਆਂ ਨਹੀਂ, ਇੱਕ ਦਿਨ ਇਹ ਮਰੂਗਾ। ਜਿਹੜਾ ਇੰਨਾ 100 ਇਹ 150 ਤੇ ਜਿਹੜਾ ਮੋਟਰਸਾਈਕਲ ਲੈ ਕੇ ਜਾਂਦਾ ਨਾ, ਇਹ ਮਰੂ ਇੱਕ ਦਿਨ। ਬਈ ਉਹ ਮਰ ਹੀ ਜਾਣਾ ਕਿ ਮੋਟਰਸਾਈਕਲ 150 ਤੇ ਹੱਡੀਆਂ ਖਿੱਲਰ ਜਾਣੀਆਂ ਸਾਰੀਆਂ। ਆਪਾਂ ਚੰਗਾ ਹੀ ਪਤਾ ਹੀ ਬਿੱਲਾ 2 ਬੋਤਲਾਂ ਪਾ ਕੇ ਪੀ ਕੇ ਰੋਡ ਡਿੱਗਿਆ ਹੁੰਦਾ, ਇਹ ਮਰੂਗਾ। ਉਹ ਮਰੂਗਾ ਹੀ, ਕਿਉਂ ਉਹਦੇ ਫੇਫੜੇ ਗਲ ਜਾਣੇ ਆ, ਗੁਰਦੇ ਗਲ ਜਾਣੇ, ਮਰੂਗਾ ਹੀ। ਆਹ ਜਿਹੜੀ ਦੁਨੀਆ ਦੀ ਅੱਜ ਹਾਲਤ ਅਸੀਂ ਦੇਖ ਰਹੇ ਹਾਂ, ਕੋਈ ਗੁਣ ਹੈ ਕਿਸੇ 'ਚ? ਮੈਂ ਕਿਸੇ ਮਹਾਤਮਾ ਨਾਲ ਕੋਈ ਵਿਚਾਰ ਕਰ ਰਿਹਾ ਸੀ, ਮੈਨੂੰ ਕਹਿੰਦੇ, ਮੈਂ ਕਿਹਾ ਬਾਬਾ ਜੀ ਕਥਾ ਕਰਨ ਨੂੰ ਜੀ ਨਹੀਂ ਕਰਦਾ, ਜੀ ਕਰਦਾ ਆਪਣੇ ਘਰ ਰਹਿ ਕੇ ਬੰਦਗੀ ਕਰੀਏ, ਇਹਨਾਂ ਨੂੰ ਕੀ ਕਰਨਾ? ਕਹਿੰਦੇ ਗੱਲ ਸੁਣ, ਇੱਕ ਨਾ ਗਲੀ ਚ ਆਉਂਦੇ ਹੁੰਦੇ ਆ, ਰੱਦੀ ਵੇਚੋ, ਰੱਦੀ ਵੇਚ, ਰੱਦੀ ਵੇਚ। ਕਹਿੰਦੇ ਹੈ ਤਾਂ ਹੁਣ ਰੱਦੀ ਹੋਈ ਆ ਇਹ ਸਾਰੀ। ਕਹਿੰਦੇ ਉਹ ਰੱਦੀ ਵੇਚ, ਰੱਦੀ ਤੋਂ ਵੀ ਕੰਮ ਲੈ ਲੈਂਦੇ ਨੇ। ਕਹਿੰਦੇ ਦੇਖ, ਰੱਦੀ ਵਿੱਚ ਕਾਗਜ਼ ਕਈ ਵਾਰ ਸਾਬਤਾ ਵੀ ਨਿਕਲ ਆਉਂਦਾ ਕਿ ਆ ਭਗਤ ਪੂਰਨ ਸਿੰਘ ਜੀ ਰੱਦੀ ਵਾਲੇ ਕਾਗਜ਼ ਹੀ ਲੈਂਦੇ ਹੁੰਦੇ ਸੀ। ਇਧਰਲੇ ਪਾਸੇ ਜੇ ਕੋਈ ਲਿਖਿਆ ਦਫ਼ਤਰੀ ਕਾਗਜ਼, ਪਿੱਛੋਂ ਤਾਂ ਖਾਲੀ ਆ ਨਾ। ਉਹਨਾਂ ਨੇ ਜਿਹੜਾ ਆਪਦਾ ਉਪਦੇਸ਼ ਦੇਣਾ ਉਹ ਪਿੱਛੇ ਛਾਪ ਦੇਣਾ, ਉਹ ਰੱਦੀ ਨੂੰ ਵੀ ਠੀਕ ਕਰ ਲੈਂਦੇ ਸੀ। ਮਹਾਤਮਾ ਕਹਿੰਦੇ ਤੁਸੀਂ ਕਥਾ ਕਰੀ ਜਾਓ, ਜਿਹੜੇ ਇਹ ਰੱਦੀ ਬੰਦੇ ਹੋ ਗਿਆ, ਰੱਦੀ ਮੂਡ ਹੋ ਗਏ ਇਹਨਾਂ ਦੇ, ਰੱਦੀ ਕੰਮ ਕਰਦੇ ਨੇ, ਕੋਸ਼ਿਸ਼ ਕਰੋ ਇਹ ਰੱਦੀ ਕਾਗਜ਼ ਦੇ ਉੱਤੇ ਜੇ ਕੋਈ ਚੱਜ ਦਾ ਅੱਖਰ ਲਿਖ ਦਈਏ, ਇਹ ਵੀ ਪਾਰ ਹੋ ਜਾਏ ਰੱਦੀ। ਉਹ ਰੱਦੀ ਨੂੰ ਤਾਰਨ ਲੱਗੇ ਹੋਏ ਤੁਸੀਂ। ਕਹਿੰਦੇ ਵੈਸੇ ਤੇ ਸਾਰੀ ਰੱਦੀ ਡੋਬਣ ਵਾਲੀ ਹੋਈ, ਅੱਗ ਲਾਉਣ ਵਾਲੀ ਹੈ, ਲੱਗ ਤਾਂ ਜਾਣੀ ਆ। ਕਹਿੰਦੇ ਅੱਗ ਤਾਂ ਲੱਗਣੀ ਆ। ਇੱਕ ਬੰਦਾ ਕਹਿੰਦਾ ਤੁਸੀਂ ਕਹਿ ਸਾਨੂੰ ਡਰਾਉਂਦੇ ਰਹਿੰਦੇ ਹੋ ਵੀ ਦੁਨੀਆ ਖਤਮ ਹੋ ਜਾਣੀ ਹੈ, ਦੁਨੀਆ ਐ ਹੋ ਜਾਣੀ ਹੈ। ਮੈਂ ਕਿਹਾ ਇਹ ਤਾਂ 1980 ਤੋਂ ਲੈ ਕੇ ਬ੍ਰੇਕਾਂ ਜਿਹੀਆਂ ਲੱਗਦੀਆਂ ਹੁੰਦੀਆਂ, ਕੋਈ ਮਹਾਤਮਾ ਫੇਰ ਅਰਦਾਸ ਕਰਦਾ, ਕੋਈ ਹੋਰ ਕਰਦਾ, ਉਹ ਰੋਕ ਲੈਂਦੇ। ਚਲੋ ਮਹਾਰਾਜ ਥੋੜਾ ਟਾਈਮ ਹੋਰ ਦੇਖ ਲਓ, ਜੇ ਸੁਧਰ ਸਕਦੇ ਤਾਂ ਸ਼ਾਇਦ ਹੋਰ ਥੋੜਾ ਟਾਈਮ ਦੇ ਦਿਓ। ਕਹਿੰਦਾ ਤੁਸੀਂ ਬਚਾਉਣ ਤੇ ਲੱਗੇ ਹੋਏ ਹੋ, ਤੁਸੀਂ ਮਰਨ ਤੋਂ ਪਰੇ ਇਹਨਾਂ ਸਭ ਨੂੰ। ਮੈਂ ਕਿਹਾ ਇਦਾਂ ਹੁੰਦਾ? ਮੈਂ ਕਿਹਾ ਸ਼ਿਮਲੇ ਮਨੀਕਰਨ ਵਾਲੇ ਪਾਸੇ ਆਪਾਂ ਆਮ ਸੁਣਦੇ, ਬੱਸ ਨਦੀ ਵਿੱਚ ਡਿੱਗ ਪਈ, ਬੱਸ ਦੇ ਵਿੱਚ 70 ਬੰਦੇ ਸੀ, 35 ਬੰਦੇ ਬਚਾ ਲਏ ਗਏ। ਬਈ ਜਿਹੜੇ ਲੋਕਾਂ ਨੇ ਬੱਸ ਡਿੱਗਦੀ ਦੇਖੀ, ਪੁਲਿਸ ਨੂੰ ਫੋਨ ਕੀਤਾ, ਹੋਰ ਲੋਕ ਆਪ ਬਹੁਤ ਸਾਰੇ ਥੱਲੇ ਜਾ ਕੇ ਨਦੀ ਵਿੱਚੋਂ ਪੱਗਾਂ ਸਿੱਟ ਕੇ, ਰੱਸੇ ਸਿੱਟ ਕੇ, ਜਿੰਨੇ ਕੁ ਬਚਾਅ ਹੁੰਦੇ ਸੀ ਖਿੱਚ ਲਏ ਸਾਰੇ। ਮੈਂ ਬਚਾਉਂਦੇ ਨੇ। ਜੇ ਆਪਣੇ ਸਾਹਮਣੇ ਬੱਸ ਡਿੱਗ ਪਈ, ਉਹ ਸਿੱਖ ਦਾ ਚਾਹੇ ਮਨ ਕਿੰਨਾ ਹੀ ਕਰੜਾ ਹੋਵੇ, ਪਰ ਦਇਆ ਤਾਂ ਸਭ 'ਚ ਆ ਜਾਂਦੀ ਹੁੰਦੀ। ਉਦੋਂ ਦਇਆ ਆ ਜਾਂਦੀ। ਕੋਈ ਐਕਸੀਡੈਂਟ ਹੁੰਦਾ, ਸਾਰੇ ਆਪਣਾ ਕੰਮ ਛੱਡ ਕੇ ਭੱਜ ਕੇ ਜਾਂਦੇ, ਲੈ ਵੀ ਇਹਨੂੰ ਬਚਾਓ ਬਈ ਯਾਰ, ਜੇ ਬਚਾ ਸਕਦੇ ਬਚਾਓ ਵਿਚਾਰੇ। ਦਇਆ ਜੀਵਨ ਮੈਂ ਪਾਈ, ਮਹਾਰਾਜ ਕਹਿੰਦੇ ਦਇਆ ਮੈਂ ਅੰਦਰ ਹੀ ਰੱਖੀ ਹੋਈ ਸਾਰਿਆਂ ਦੇ। ਮੈਂ ਕਿਹਾ ਸਾਨੂੰ ਆਉਂਦੀ ਦਇਆ ਇਹਨਾਂ ਦੇ ਉੱਤੇ, ਤਰਸ ਵੀ ਆਉਂਦਾ ਵੀ ਜਿੰਨੇ ਕੁ ਬਚਾਅ ਹੁੰਦੇ ਆਪਾਂ ਕੋਸ਼ਿਸ਼ ਕਰੀਏ। ਸੁਖਦੇਵ ਮੁਨੀ ਜੀ ਤੁਰੇ ਜਾਂਦੇ ਸੀ ਦਰਿਆ ਦੇ ਕਿਨਾਰੇ ਤੇ, ਨਦੀ ਦੇ ਕਿਨਾਰੇ ਤੇ, ਇੱਕ ਬਿੱਛੂ, ਬਹੁਤ ਡੰਗ ਤਕੜਾ ਹੁੰਦਾ ਬਿੱਛੂ ਦਾ, ਐਨ ਕਾਲਾ ਬਿੱਛੂ, ਤਾਂ ਨੂੰ ਪੂਛ ਚੱਕੀ, ਨਦੀ ਦੇ ਵਿੱਚ ਰੁੜਿਆ ਜਾ ਰਿਹਾ, ਡੁੱਬਦਾ ਵੀ ਜਾ ਰਿਹਾ। ਸੁਖਦੇਵ ਜੀ ਕਹਿੰਦੇ ਇਹਨੂੰ ਬਚਾਈਏ। ਸੁਖਦੇਵ ਜੀ ਨੇ ਹੱਥ ਪਾ ਕੇ ਬਾਹਰ ਕੱਢਿਆ, ਉਹਨੇ ਡੰਗ ਮਾਰਤਾ, ਦਰਦ ਬੜਾ ਹੋਇਆ, ਉਹਨੇ ਝੰਡਕਤਾ, ਫਿਰ ਭੱਜ ਕੇ ਜਾ ਕੇ ਫੇਰ ਕੱਢਿਆ, ਫੇਰ ਡੰਗ ਮਾਰਿਆ ਉਹਨੇ, ਤੀਜੀ ਵਾਰ ਜਾ ਕੱਢ ਕੇ ਛਿੜਕਿਆ। ਕਹਿੰਦੇ ਕੱਢ ਹੀ ਲਈਏ। ਨਾਲ ਸੇਵਕ ਸੀ ਉਹਨਾਂ ਦਾ, ਕਹਿੰਦਾ ਬਾਬਾ ਜੀ ਇਹ ਤੁਹਾਨੂੰ ਡੰਗ ਮਾਰੀ ਜਾਂਦਾ, ਤੁਸੀਂ ਬਾਰ-ਬਾਰ ਕੱਢੀ ਛੱਡੋ, ਮਰਨ ਤੋਂ ਪਰੇ ਰੁੜ ਜਾਣ ਦੇ ਨੂੰ। ਸੰਤ ਸੁਖਦੇਵ ਮੁਨੀ ਜੀ ਮਹਾਂਪੁਰਖ ਹੋਏ ਨੇ, ਬ੍ਰਹਮ ਗਿਆਨ ਵਿੱਚ ਰਾਜਾ ਜਨਕ ਜੀ ਬਹੁਤ ਸਤਿਕਾਰ ਕਰਦੇ ਸੀ ਉਹਨਾਂ ਦਾ। ਬਾਣੀ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ, ਭਾਈ ਗੁਰਦਾਸ ਜੀ ਨੇ ਵੀ ਉਹਨਾਂ ਦਾ ਜ਼ਿਕਰ ਕੀਤਾ।
ਬਹੁਤ ਜ਼ਿਕਰ ਆਇਆ। ਕਹਿੰਦੇ ਦੇਖ ਭਾਈ, ਇਹ ਪਸ਼ੂ ਹੋ ਕੇ, ਪਸ਼ੂ ਬਿਰਤੀ ਹੋ ਕੇ ਆਪਣਾ ਸੁਭਾਅ ਨਹੀਂ ਛੱਡ ਰਿਹਾ, ਡੰਗ ਮਾਰਨ ਵਾਲਾ, ਤੇ ਮੈਂ ਇੱਕ ਸੰਤ ਹੋ ਕੇ ਆਪਣਾ ਸੰਤ ਵਾਲਾ ਸੁਭਾਅ ਕਿਉਂ ਛੱਡ ਦਿਆਂ? ਸੁਭਾਅ ਨਾ ਛੱਡਣਾ, ਭਲਾ ਕਰਨਾ। ਠੀਕ ਆ, ਅਸੀਂ ਪ੍ਰਚਾਰ ਕਰਦੇ ਆ, ਕਹਿੰਦੇ ਆ ਜੁੜ ਜੋ, ਬਾਣੀ ਪੜ੍ਹ ਲਓ। ਫਿਰ ਵੀ ਮੈਂ ਕੱਲ ਵੀ ਇੱਕ ਸਿੰਘ ਨੂੰ ਕਿਹਾ, ਮੈਂ ਕਿਹਾ ਇੰਨੀ ਕਥਾ ਕਰਦੇ ਆ, ਇੰਨਾ ਪ੍ਰਚਾਰ ਕਰਦੇ ਆ, ਸਾਨੂੰ ਲੋਕ ਪਤਾ ਕੀ ਦਿੰਦੇ ਆ? ਗਾਲਾਂ, ਨਿੰਦਾ, ਬਹੁਤ ਬੁਰਾ ਭਲਾ ਕਹਿੰਦੇ ਆ। ਇਹ ਕਹਿੰਦੇ ਵੀ ਇਹ ਯਾਰ ਕਿੱਥੋਂ ਆ ਗਿਆ, ਪੁੱਠੀਆਂ ਸਿੱਧੀਆਂ ਗੱਲਾਂ ਕਰਨ ਵਾਲਾ ਹੈ। ਤੇ ਜੇ ਕਿਤੇ ਇੱਥੇ ਗਾਣੇ ਗਾਉਣ ਵਾਲਾ ਆ ਜੇ, ਗਾਉਣ ਵਾਲੀ ਆ ਜੇ, ਕੋਈ ਫਿਲਮ ਲੱਗ ਜੇ, ਉਹਨੂੰ ਕੋਈ ਨਹੀਂ ਕਹਿੰਦਾ ਮਾੜੀ ਹੈ, ਸਾਰੇ ਕਹਿਣਗੇ ਵੀ ਵਾਹ ਬਈ ਵਾਹ। ਔਰ ਤੁਸੀਂ ਦੇਖੋਗੇ ਵਿਆਹ ਸ਼ਾਦੀਆਂ ਤੇ ਜੇ ਕੋਈ ਗਾਉਣ ਵਾਲਾ ਆ ਜੇ ਨਾ, ਤੇ ਨਾਲ ਲੋਕ ਨੱਚਣ ਲੱਗ ਜਾਂਦੇ, ਉੱਠ ਕੇ ਬੜਾ ਨੱਚਦੇ ਆ ਸ਼ਰਾਬ ਪੀ ਕੇ। ਲੈ ਉਹ ਤੇ ਬਹੁਤ ਭਲੇ ਦਾ ਕੰਮ ਹੈ। ਜੇ ਕੋਈ ਕਥਾ ਵਿਚਾਰ ਕੀਰਤਨ ਕਰੀਏ, ਆ ਗਾਇਕ ਜਿਹੜੇ ਨੇ ਇਹ ਕਹਿਣਗੇ ਤੁਸੀਂ ਵੀ ਨਾਲ ਗਾਓ, ਇੰਨੀ ਉੱਚੀ ਆਵਾਜ਼ ਚ ਗਾਉਂਦੇ ਨਾਲ, ਬਾਈ ਕਮਾਲ ਕਰਦੇ। ਜੇ ਮੈਂ ਇੱਥੇ ਮੂਲ ਮੰਤਰ ਨੂੰ ਕਿਹਾ ਸੀ ਤਾਂ ਮੈਂ ਪੂਰੀ ਰੇਸ ਦੇਤੀ ਬਈ ਉਹ ਗਾਓ ਗਾਓ, ਫੁੱਲ ਵੋਲੀਅਮ ਵੀ ਕਰਤਾ ਸਾਰਿਆਂ ਦਾ, ਫਿਰ ਵੀ ਆਵਾਜ਼ ਹੈ ਕੰਧ ਤੋਂ ਪਰਲੇ ਪਾਸੇ ਗਈ ਨਹੀਂ ਤੁਹਾਡੀ, ਕਿਉਂਕਿ ਇਹ ਮੂਲ ਮੰਤਰ ਸੀ, ਇਹ ਭਲੇ ਦਾ ਕੰਮ ਸੀ। ਜੇ ਬੁਰਾ ਕੰਮ ਕਰਨਾ ਹੁੰਦਾ ਫਿਰ ਤੁਸੀਂ ਉੱਚੀ ਆਵਾਜ਼ 'ਚ ਗਾਉਣਾ ਸੀ। ਇਸ ਕਰਕੇ ਆਪਾਂ ਮਨ ਦੇ ਅੰਦਰ ਸ਼ੁਭ ਵਿਚਾਰਨਾ ਆਉਂਦੀ ਆ। ਮਹਾਤਮਾ ਬੁੱਧ ਜੀ ਦੀ ਇੱਕ ਉਦਾਹਰਨ ਦਿੰਦਾ, ਅਸੀਂ ਵੀ ਪੜ੍ਹੀ ਸਕੂਲਾਂ 'ਚ, ਤੁਸੀਂ ਵੀ ਸੁਣੋ। ਮਹਾਤਮਾ ਬੁੱਧ ਜੀ ਜਦੋਂ ਆਪਣੇ ਘਰ ਤੋਂ ਮਹਿਲਾਂ ਵਿੱਚੋਂ ਨਿਕਲੇ, ਰਾਜਾ ਸਿਧਾਰਥ ਸੀ, ਇਹ ਰਾਜਾ ਸੀ। ਜਦ ਬਾਹਰ ਨਿਕਲੇ ਤਾਂ ਉਹਨਾਂ ਨੇ ਦੇਖਿਆ ਕੋਈ ਬੰਦਾ ਹੱਥ ਵਿੱਚ ਡੰਗੋਰੀ ਫੜ ਕੇ, ਬੁੱਢਾ ਆਦਮੀ ਤੁਰਿਆ ਆਉਂਦਾ। ਸਿਧਾਰਥ ਜੀ ਛੋਟੀ ਉਮਰ 5 ਸਾਲ ਦੀ ਵਿੱਚ ਦੇਖਣ ਖੜ ਗਏ। ਸਾਰੇ ਹੁਣ ਅਹਿਲਕਾਰ ਨਾਲ ਖੜੇ ਆ। ਕਹਿੰਦੇ ਇਹ ਬੰਦੇ ਨੂੰ ਕੀ ਹੋਇਆ? ਕਹਿੰਦੇ ਇਹ ਬੁੱਢਾ ਹੋ ਗਿਆ, ਬੁੱਢਾ। ਕਹਿੰਦੇ ਇਹ ਇਨਸਾਨ ਬੁੱਢਾ ਹੋ ਗਿਆ ਤੇ ਇਹ ਹੁਣ ਸੋਟੀ ਫੜ ਕੇ ਤੁਰਦਾ। ਮਹਾਤਮਾ ਜੀ ਛੋਟੀ ਉਮਰ ਸੀ, ਕਹਿੰਦੇ ਮੈਂ ਵੀ ਇਦਾਂ ਹੀ ਤੁਰੂੰਗਾ ਸੋਟੀ ਫੜ ਕੇ? ਕਹਿੰਦੇ ਹਾਂ ਜੀ, ਸਾਰੇ ਹੀ ਤੁਰਦੇ ਆ, ਸੋਟੀ ਹਰੇਕ ਬੰਦਾ ਬੁੱਢਾ ਹੋ ਜਾਂਦਾ ਸੋਟੀ ਫੜ ਕੇ ਤੁਰਦਾ। ਅੱਗੇ ਥੋੜੀ ਦੂਰ ਗਏ ਤਾਂ ਇੱਕ ਮੁਰਦੇ ਨੂੰ ਲਈ ਆ ਰਹੇ ਬਹੁਤ ਸਾਰੇ ਲੋਕ, ਮੰਜੇ ਤੇ ਪਾ ਕੇ 4 ਜਾਣੇ ਚੁੱਕ ਕੇ ਲਈ ਆ ਰਹੇ ਨੇ। ਮਹਾਤਮਾ ਜੀ ਕਹਿੰਦੇ ਇਹ ਕੀ ਹੈ? ਕਹਿੰਦੇ ਇਹ ਹੁਣ ਮਰ ਗਿਆ, ਇਹਨੂੰ 4 ਜਾਣੇ ਚੁੱਕ ਕੇ ਲਿਆ ਰਹੇ ਨੇ। ਕਹਿੰਦੇ ਅੱਛਾ ਇਹ ਮਰ ਗਿਆ ਹੁਣ? ਕਹਿੰਦੇ ਹਾਂ ਜੀ। 4 ਜਾਣੇ ਚੁੱਕ ਕੇ ਲਿਆ ਰਹੇ ਨੇ? ਹਾਂ ਜੀ। ਕਹਿੰਦੇ ਮੇਰਾ ਵੀ ਇਹੀ ਹਾਲ ਹੋ? ਕਹਿੰਦੇ ਹਾਂ ਜੀ। ਕਹਿੰਦੇ ਮਨਾ ਫਿਰ ਆਪਾਂ ਰਾਜ ਭਾਗ ਕੀ ਕਰਨਾ? ਆਪਾਂ ਰਾਜ ਭਾਗ ਦਾ ਫਿਰ ਤਿਆਗ ਕਰੀਏ, ਰਾਜ ਭਾਗ ਛੱਡ ਕੇ ਪਹਿਲਾਂ ਇਹੀ ਮਸਲਾ ਹੱਲ ਕਰੀਏ ਕਿ ਜੰਮਣ ਤੇ ਮਰਨ ਨੂੰ ਹੀ ਪਹਿਲਾਂ ਕਟਾਈਏ। ਜਿਹੜਾ ਜੰਮਣਾ ਤੇ ਮਰਨਾ ਨਾ ਸਾਧ ਸੰਗਤ, ਇਹ ਬਾਰ-ਬਾਰ ਸਾਨੂੰ ਜੰਮਣਾ ਮਰਨਾ ਪਰੇਸ਼ਾਨ ਕਰਦਾ ਇਨਸਾਨ ਨੂੰ। ਇਸ ਕਰਕੇ ਆਪਣੇ ਮਨਾਂ 'ਚ ਕਦੇ ਗੱਲ ਨਹੀਂ ਆਈ ਵੀ ਮੈਂ ਜੰਮਣਾ ਮਰਨਾ। ਕਹਿੰਦੇ ਨਹੀਂ, ਸਾਨੂੰ ਕੋਈ ਪਰਵਾਹ ਨਹੀਂ, ਜਦ ਮਰ ਗਏ ਬਸ, ਜਦ ਜੰਮ ਪਏ। ਫਿਰ ਕੀ ਹੈ? ਜਿਵੇਂ ਇੰਗਲੈਂਡ ਵਿੱਚ ਇੱਕ ਉਹ ਲੇਡੀ ਸੀ, ਉਹ ਕਹਿੰਦੀ ਮੈਂ ਤਾਂ ਅਰਦਾਸ ਕਰਦੀ ਹਾਂ ਰੱਬ ਅੱਗੇ, ਪਰਮਾਤਮਾ ਮੈਨੂੰ ਛਿਪਕਲੀ ਬਣਾਵੇ ਅਗਲੇ ਜਨਮ 'ਚ। ਮੌਜਾਂ ਕਰਦੀ, ਆਰਾਮ ਨਾਲ ਮੱਛਰ ਖਾਂਦੀ ਹੈ, ਕੋਈ ਕਮਾਈ ਨਹੀਂ, ਕੋਈ ਹੋਰ ਨਹੀਂ। ਇੱਥੇ ਕਹਿੰਦੀ ਆ ਸਵੇਰੇ ਉੱਠ ਕੇ ਰੋਟੀ ਬਣਾਓ, ਚਾਹ ਬਣਾਓ, ਨਹਾਓ ਧੋ, ਬੁਰਸ਼ ਕਰੋ, ਨਿਆਣੇ ਸਕੂਲ ਤੋਰੋ। ਇੰਨੇ ਝੰਜਟ ਆ ਨਾ ਕਹਿੰਦੇ ਮਨੁੱਖਾ ਜਨਮ 'ਚ, ਇਹਦੇ ਨਾਲੋਂ ਤਾਂ ਰੱਬ ਮੈਨੂੰ ਛਿਪਕਲੀ ਬਣਾ ਦੇ, ਮੈਂ ਕੰਧ ਤੇ ਤਾਂ ਬੈਠੀ ਰਹਾਂਗੀ ਆਰਾਮ ਦੇ ਨਾਲ। ਇਹ ਲੋਕਾਂ ਦੇ ਖਿਆਲ ਹੈ, ਬਾਰ-ਬਾਰ ਜਨਮ ਲੈਣਾ, ਬਾਰ-ਬਾਰ ਮਰਨਾ, ਜੰਮਣਾ। ਇਹ ਪਰ ਆਪਾਂ ਕਦੇ ਸੋਚਿਆ ਹੀ ਨਹੀਂ ਹੈ। ਆਪਣਾ ਤਾਂ ਮਕਸਦ ਕੀ ਹੁੰਦਾ? ਸਵੇਰੇ ਕੀ ਖਾਣਾ, ਦੁਪਹਿਰੇ ਕੀ ਖਾਣਾ, ਰਾਤ ਨੂੰ ਕੀ ਖਾਣਾ, ਤੇ ਅੱਜ ਮੈਂ ਕਿਹੜੇ ਕੱਪੜੇ ਪਾਉਣੇ ਆ, ਹੁਣ ਮੈਂ ਕਿਹੜੇ ਕੱਪੜੇ। ਬਸ ਆਤਮਾ ਵੱਲ ਤਾਂ ਕਦੇ ਕਿਸੇ ਨੇ ਦੇਖਿਆ ਹੀ ਨਹੀਂ ਵੀ ਆਤਮਾ ਵੀ ਸਾਡੇ ਅੰਦਰ ਕੋਈ ਚੀਜ਼ ਹੈਗੀ ਆ। ਕੇਵਲ ਸਰੀਰ ਨੂੰ ਹੀ ਸਵਾਰਨ ਉੱਤੇ ਹੀ ਲੱਗੇ ਹੋਏ ਸਾਰੇ ਜਾਣੇ। ਸ਼ੀਸ਼ੇ ਦੇ ਅੱਗੇ ਖੜ ਕੇ ਆਪਣੇ ਮੂੰਹ ਨੂੰ ਸਵਾਰਨ ਦੀ ਇੱਛਾ ਹਰੇਕ ਦੀ ਹੈ। ਔਰ ਤੁਸੀਂ ਹੈਰਾਨ ਹੋਵੋਗੇ, ਪਿੱਛੇ ਜੇ ਆਇਆ ਸੀ ਅਖਬਾਰ ਦੇ ਵਿੱਚ, ਇੱਕ ਲੜਕੀ ਸੀ, ਉਹਦੀ ਸ਼ਾਦੀ ਉਹਨੇ 2.5 ਲੱਖ ਰੁਪਈਆ ਬਿਊਟੀ ਪਾਰਲਰ ਵਾਲੇ ਨੂੰ ਦਿੱਤਾ,
ਵੀ ਮੇਰਾ ਮੂੰਹ ਇੰਨਾ ਸੋਹਣਾ ਬਣਾ ਦੇ, ਮੇਰੀ ਝੱਟ ਸ਼ਾਦੀ ਹੋ ਜਾਏ ਬਸ। ਬਾਅਦ ਚ ਭਾਵੇਂ ਕਾਲੀ ਕਲੂਟੀ ਨਿਕਲਿਆ ਵੇ ਅੰਦਰੋਂ। ਇਹ ਲੋਕ ਜਿਹੜੇ ਨੇ ਸਰੀਰ ਦੇ ਉੱਤੇ ਬਲ ਦਿੰਦੇ ਨੇ, ਆ ਦਵਾਈਆਂ ਵਾਲੇ ਐ ਦਿਖਾਉਂਦੇ ਮਸਲ ਬਣਾ ਕੇ, ਸਰੀਰ ਦੇ ਉੱਤੇ ਹੀ ਜ਼ੋਰ ਲਾਈ ਜਾਂਦੇ ਸਾਰਾ। ਉਹ ਗੁਰਮੁਖੋ ਇਹ ਕੋਈ ਸਿੱਖਿਆ ਵਾਲੀ ਇਹ ਗੱਲਾਂ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਬਾਣੀ ਦੇ ਅੰਦਰ, ਜਾਂ ਆਨੰਦ ਸਾਹਿਬ ਪੜ੍ਹਦੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਇਸ ਕਰਕੇ ਉਹ ਸੱਚੇ ਨਾਮ ਦਾ ਆਸਰਾ ਲੈਣਾ, ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ, ਸੇਵਾ ਕਰਨੀ, ਸ਼ੁਭ ਇੱਛਾ ਸ਼ੁਭ ਵਿਚਾਰਨਾ। ਇੱਕ ਅਵਸਥਾ, ਇਹ ਅਵਸਥਾ 7 ਨੇ ਵੈਸੇ, ਪਰ ਕਿਉਂਕਿ ਆਪਾਂ ਕੋਲ ਸਮਾਂ ਨਹੀਂ ਹੈ। ਇੱਕ ਹੁੰਦੀ ਤਨੂ ਮਾਨਸਾ। ਸੋ ਇਹ ਜਿਹੜੀ ਤਨੂ ਮਾਨਸਾ ਹੁੰਦੀ ਹੈ, ਵਾਸ਼ਨਾਵਾਂ ਦਾ ਕਮਜ਼ੋਰ ਪੈਣਾ। ਕਿੱਥੇ ਪੈਂਦੀਆਂ ਵਾਸ਼ਨਾਵਾਂ ਕਮਜ਼ੋਰ? ਜਦੋਂ ਤੱਕ ਸੰਗਤ ਤੋਂ ਤੁਸੀਂ ਬਾਹਰ ਹੋ, ਪਿੰਡ ਵਿੱਚ ਇੱਧਰ ਉੱਧਰ ਗਲੀਆਂ 'ਚ ਤੁਰੇ ਫਿਰਦੇ ਹੋ, ਗਲਤ ਬੰਦਿਆਂ ਦੀ ਸੰਗਤ ਕਰਦੇ ਹੋ, ਵਾਸ਼ਨਾਵਾਂ ਨੂੰ ਉਹ ਪ੍ਰਬਲ ਕਰਦੇ ਨੇ। ਅੱਜ ਪੀਏ, ਹੋਰ ਤੁਹਾਨੂੰ ਉਹਨੇ ਕੀ ਕਹਿਣਾ? ਇਹ ਤਾਂ ਨਹੀਂ ਕਹਿਣਾ ਅੰਮ੍ਰਿਤ ਛਕੀਏ, ਅੱਜ ਆਪਾਂ ਵੇਸਵਾ ਦੇ ਚੱਲੀਏ, ਅੱਜ ਆਪਾਂ ਆਹ ਮਾੜਾ ਕੰਮ ਕਰੀਏ। ਉਹ ਤੁਹਾਡੀਆਂ ਵਾਸ਼ਨਾਵਾਂ ਜਿਹੜੇ ਟੀਵੀ ਵਾਲੇ ਵੀ ਪ੍ਰਬਲ ਕਰਦੇ ਨੇ। ਵਿਕਾਰ ਤਾਂ ਪਹਿਲਾਂ ਹੀ ਮਨ 'ਚ ਬਹੁਤ ਭਰੇ ਪਏ ਨੇ, ਟੀਵੀ ਵਾਲੇ ਵਾਸ਼ਨਾਵਾਂ ਨੂੰ ਹੋਰ ਪ੍ਰਬਲ ਕਰਦੇ ਨੇ। ਆ ਨੈਟ ਦੇ ਉੱਤੇ ਜਾਂ ਆ ਜਿਹੜੇ ਫੋਨ ਨੇ, ਇਹਨਾਂ ਦੇ ਉੱਤੇ ਹੋਰ ਵਾਸ਼ਨਾਵਾਂ ਪ੍ਰਪੱਕ ਕੀਤੀਆਂ ਜਾਂਦੀਆਂ। ਮਾੜੇ ਕੰਮਾਂ ਨੂੰ ਕਾਮ ਕਰੋ, ਲੋਭ ਮੋਹ ਹੰਕਾਰ ਨੂੰ ਵਧਾਇਆ ਜਾਂਦਾ ਉੱਥੇ। ਪਰ ਸੰਗਤ ਵਿੱਚ ਆ ਕੇ ਇਹ ਚੀਜ਼ਾਂ ਜਿਹੜੀਆਂ ਨੇ ਪਤਲੀਆਂ ਪੈਣੀਆਂ ਸ਼ੁਰੂ ਹੋਈਆਂ। ਜਦੋਂ ਇੱਥੇ ਔਗਣ ਦੱਸੇ, ਜਦੋਂ ਔਗਣ ਦੱਸੇ, ਕਾਮ ਕਰੋ ਲੋਭ ਮੋਹ ਹੰਕਾਰ ਬਾਰੇ ਗਿਆਨ ਦਿੱਤਾ। ਬਈ ਦੇਖੋ, ਸੰਗਤ ਵਿੱਚ ਕੋਈ ਆਉਂਦਾ, ਦੇਖੋ ਭਾਈ ਵਿਕਾਰਾਂ ਦੀ ਗੱਲ ਮੂੰਹ ਨਾਲ ਨਹੀਂ ਕਰਨੀ। ਪਹਿਲਾਂ ਤਾਂ ਆਪਾਂ ਇੱਥੋਂ ਮੂੰਹ ਹੀ ਬੰਦ ਕਰਦੇ ਹਾਂ ਅਗਲੇ ਦਾ। ਮਨ ਦੇ ਅੰਦਰ ਬਈ ਮਾੜਾ ਫੁਰਨਾ ਨਹੀਂ ਲਿਆਉਣਾ ਹੈ, ਜ਼ੁਬਾਨ ਨਾਲ ਮਾੜੀ ਗੱਲ ਨਹੀਂ ਕਰਨੀ ਹੈ। ਫੇਰ ਭਾਈ ਸਰੀਰ ਕਰਕੇ ਵਿਕਾਰਾਂ ਤੋਂ ਬਚੇ ਰਹਿਣਾ। ਕੋਈ ਸਾਧੂ ਦੀ ਸੰਗਤ, ਕੋਈ ਗੁਰੂ ਦੀ ਰੰਗਤ ਮਿਲ ਗਈ, ਫੇਰ ਇਹ ਹੌਲੀ ਹੌਲੀ ਜਿਹੜੀ ਹੈ ਵਾਸ਼ਨਾਵਾਂ ਦਾ ਪਤਲਾ ਪੈ ਜਾਣਾ। ਉਹ ਜੇ ਕੋਈ ਗੁੱਸੇ 'ਚ ਆ ਜਾਂਦਾ ਘਰ, ਜੇ ਸੰਗਤ ਵਿੱਚ ਆਇਆ ਤਾਂ ਉਹਨੂੰ ਸਮਝਾਇਆ ਜਾਂਦਾ ਗੁੱਸਾ ਕਰਨਾ ਚੰਗਾ ਨਹੀਂ ਹੁੰਦਾ। ਗੁੱਸਾ ਕੀ ਚੀਜ਼ ਹੈ? ਕਹਿੰਦੇ ਤੂੰ ਧਰਮੀ ਪੁਰਸ਼ ਆ ਨਾ, ਕ੍ਰੋਧ ਕਰ ਧਰਮ ਹੋ ਤੇ ਵਿਭੰਗਾ। ਜੇ ਕੋਈ ਕ੍ਰੋਧ ਕਰਦਾ ਤਾਂ ਧਰਮ ਨਾਸ ਹੋ ਜਾਂਦਾ ਉਹਦਾ। ਜੇ ਧਰਮੀ ਬੰਦਾ, ਜੇ ਆਮ ਬੰਦਾ ਗੁੱਸਾ ਕਰੇ, ਆਪਾਂ ਕਹਿੰਦੇ ਇਹ ਗੁੱਸਾ ਕਰਦਾ, ਉਹਨੂੰ ਆਪਾਂ ਕੁਝ ਨਹੀਂ ਕਹਿੰਦੇ। ਪਰ ਜੇ ਆਪਾਂ ਗਾਤਰੇ ਕਿਰਪਾਨ ਪਾਈ ਜਾਂ ਸਾਧੂਆਂ ਵਾਲੇ ਕੱਪੜੇ ਪਾ ਕੇ ਗੁੱਸਾ ਕਰਦਾ ਨਾ, ਆਪਾਂ ਕਹਿੰਦੇ ਯਾਰ ਮਾੜਾ ਮੋਟਾ ਤਾਂ ਦੇਖ, ਇੰਨਾ ਮੂੰਹ ਲਾਲ ਕੀਤਾ, ਬੁੱਲ ਫੁਰ ਫੁਰ ਕਰਦੇ ਤੇਰੇ। ਉਹ ਬਾਣੀ ਗੁਰਮੁਖਾ ਪੜਦਾ ਤੂੰ ਰੋਜ਼, ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ। ਆਪਣਾ ਮੂੰਹ ਵੀ ਉਧਰੋਂ ਮੁੜ ਜਾਂਦਾ ਹੈ। ਉਹ ਗੱਲ ਗੱਲ ਤੇ ਗੁੱਸਾ ਕਰਦਾ, ਕਾਹਦਾ ਯਾਰ ਸਿੱਖ ਹੈ, ਕਾਹਦਾ ਸਾਧੂ ਹੈ, ਕਾਹਦਾ ਮਹੰਤ ਸੰਤ ਹੈ। ਗੁਰਦੁਆਰੇ ਰਹਿ ਕੇ ਤੈਨੂੰ ਇੰਨਾ ਨਹੀਂ ਪਤਾ ਲੱਗਿਆ। ਉਹ ਫਿਰ ਸ਼ਰਮ ਆਉਂਦੀ ਆ ਉਹਨੂੰ, ਵੀ ਸਾਰੀ ਦੁਨੀਆ ਟੋਕਦੀ ਹੈ। ਫਿਰ ਉਹ ਗੁੱਸੇ ਨੂੰ ਘਟਾਉਂਦਾ, ਮੋਹ ਨੂੰ ਘਟਾਉਂਦਾ, ਹੰਕਾਰ ਨੂੰ ਘਟਾਉਂਦਾ। ਉਹ ਗੁਰਮੁਖਾ ਇੰਨਾ ਹੰਕਾਰ ਨਹੀਂ ਕਰੀਦਾ ਹੁੰਦਾ। ਇੱਥੇ ਬਹੁਤ ਕੁਝ ਸਮਝਾਉਣ ਵਾਲੇ ਬੈਠੇ ਨੇ ਵੀ 5 ਬਾਣੀਆਂ ਪੜ੍ਹ ਕੇ ਹੰਕਾਰ ਕਰੀ ਫਿਰਦਾ ਤੂੰ। ਆ ਜਿਹੜਾ ਨਾਲ ਬੈਠਾ ਤੇਰੇ, ਇਹ 25 ਜਪਜੀ ਸਾਹਿਬ ਰੋਜ਼ ਕਰਦਾ। ਕਹਿੰਦੇ ਅੱਛਾ, ਆਬ ਆਇਆ ਊਠ ਪਹਾੜ ਕੇ ਨੀਚੇ। ਕਹਿੰਦੇ ਅੱਛਾ 25 ਜਪਜੀ ਸਾਹਿਬ ਕਰਦਾ। ਉਹ 25 ਜਪਜੀ ਸਾਹਿਬ ਵਾਲਾ ਵੀ ਆਕੜਿਆ ਬੈਠਾ। ਉਹ ਕਹਿੰਦਾ ਜ਼ਿਆਦਾ ਨਾ ਕਰ, ਆ 11 ਸੁਖਮਨੀ ਸਾਹਿਬ ਵਾਲਾ ਵੀ ਬੈਠਾ ਉਹਨੇ। ਫਿਰ ਉਹ ਹੰਕਾਰ ਦੀ ਨਿਵਰਤੀ ਸੰਗਤ ਵਿੱਚ ਆ ਕੇ ਹੁੰਦੀ ਆ। ਵਾਸ਼ਨਾਵਾਂ ਸੰਗਤ ਵਿੱਚ ਆ ਕੇ ਹੀ ਪਤਲੀਆਂ ਪੈਂਦੀਆਂ ਨੇ ਹੌਲੀ ਹੌਲੀ। ਇਹ ਪਾਸਾ ਡਾਊਨ ਕਰ ਦੇਣਾ ਸਾਰਾ, ਮਾੜਾ ਪੱਖ ਚੰਗਾ ਪੱਖ ਉਭਾਰ ਦੇਣਾ। ਉਹ ਦੇਖ ਓਏ, ਉਹ ਤੜਕੇ ਉੱਠ ਜਾਂਦਾ 4 ਵਜੇ, ਤੂੰ ਕਿੰਨੇ ਵਜੇ ਉੱਠੇਗਾ? ਮੈਂ 3 ਵਜੇ ਉੱਠੂੰਗਾ। ਉਹ 3 ਉੱਠਦਾ, ਮੈਂ 2 ਉੱਠੂੰਗਾ। ਇੱਕ ਕਹਿੰਦਾ ਮੈਂ ਸਾਰੀ ਰਾਤ ਹੀ ਬੰਦਗੀ ਕਰੂੰਗਾ। ਚੰਗਾ ਪਾਸਾ ਉਭਾਰੋ ਨਾ, ਨਹੀਂ ਤੇ ਕਹਿਣੇ ਲਾ ਉਹ ਕੋਈ ਬੰਦਾ 1 ਬੋਤਲ ਪੀਂਦਾ, ਮੈਂ ਤਾਂ 2 ਪੀ ਕੇ ਵੀ ਖਪਾ ਜਾਂਦਾ। ਤੇ ਮੈਂ ਆ ਕਈ ਮੈਂ ਦੇਖੇ, ਮੈਂ ਤਾਂ ਪਤਾ ਹੀ ਨਹੀਂ ਲੱਗਣ ਦਿੰਦਾ, 2 ਬੋਤਲਾਂ ਪੀ ਕੇ ਵੀ ਮੇਰਾ ਪਤਾ ਨਹੀਂ ਲੱਗਦਾ ਹੈ। ਸ਼ਾਬਾਸ਼, ਤੈਨੂੰ
ਪਦਮ ਸ਼੍ਰੀ ਨਾ ਦਵਾਈਏ ਰਾਸ਼ਟਰਪਤੀ ਤੋਂ, ਜਿਹੜਾ ਤੂੰ 2 ਬੋਤਲਾਂ ਪੀ ਕੇ ਖਪਾ ਜਾਂਦਾ, ਤੈਨੂੰ ਸਿਰੋਂ ਪਾਉ ਦਈਏ ਗੁਰੂ ਘਰ 'ਚ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵਾਸ਼ਨਾਵਾਂ ਨੂੰ ਜੇ ਪਤਲੀਆਂ ਕਰਨਾ, ਜੇ ਮਾੜੇ ਪੱਖ ਨੂੰ ਡਾਊਨ ਕਰਨਾ ਤਾਂ ਸੰਗਤ ਵਿੱਚ ਬਹਿ ਜਾਓ ਆ ਕੇ, ਇੱਥੇ ਪ੍ਰਚਾਰ ਸੁਣੋ, ਕਥਾ ਸੁਣੋ, ਬਾਣੀ ਪੜੋ। ਵੈਸੇ ਵੀ ਇਹ ਚੀਜ਼ ਹੁੰਦੀ ਆ, ਜੇ ਤੁਹਾਡੇ ਮਗਰ ਡਾਕੂ ਚੋਰ ਲੱਗੇ ਹੋਣ ਨਾ, ਕੁਛ ਨਹੀਂ ਕਰਨਾ, ਥਾਣੇ ਜਾ ਕੇ ਖੜ ਜਾਓ, ਨਾਲੇ ਥਾਣੇ ਵਾਲਿਆਂ ਨੂੰ ਕੁਛ ਨਹੀਂ ਕਹਿਣਾ, ਮੈਂ ਤਾਂ ਵੈਸੇ ਹੀ ਕੁਰਸੀ ਤੇ ਬੈਠਾ, ਡਾਕੂ ਚੋਰ ਵੈਸੇ ਹੀ ਭੱਜ ਜਾਣਗੇ, ਉਹ ਤਾਂ ਥਾਣੇ ਹੀ ਵੜ ਗਿਆ ਜਾ ਕੇ। ਆਹ ਵੀ ਗੁਰੂ ਨਾਨਕ ਸਾਹਿਬ ਦਾ ਥਾਣਾ ਹੀ ਹੈ। ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੰਗ ਕਰਦੇ ਆ, ਉਗਣ ਤੰਗ ਕਰਦੇ ਆ, ਕੇਵਲ ਦਰਬਾਰ ਸਾਹਿਬ ਦੀ ਸੰਗਤ ਵਿੱਚ ਆ ਕੇ ਬੈਠ ਜਾਓ, ਇੱਥੇ ਸਾਰੀਆਂ ਵਾਸ਼ਨਾਵਾਂ ਵੈਸੇ ਹੀ ਡਾਊਨ ਹੋ ਜਾਣਗੀਆਂ, ਚੰਗੀਆਂ ਉੱਭਰਨ ਲੱਗ ਜਾਣਗੀਆਂ।